हाँ जी प्यारे विद्यार्थियों, बीए भाग पहला ਸਮੈਸਟਰ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਬ ਹਾਂ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਸਿਲੇਬਸ ਦੇ ਵਿੱਚ ਗ੍ਰੈਜੂਏਸ਼ਨ ਕਰ ਰਹੇ ਆ। बीए ਭਾਗ ਪਹਿਲਾ ਦਾ ਪਹਿਲੇ ਸਮੈਸਟਰ ਦਾ ਇਮਤਿਹਾਨ ਦੇਣ ਜਾ ਰਹੇ ਆ। ਅਸੀਂ ਕਰ ਰਹੇ ਸੀ ਆਧੁਨਿਕ ਪੰਜਾਬੀ ਕਵਿਤਾ। ਤੁਹਾਡਾ ਸਿਲੇਬਸ ਦਾ ਹਿੱਸਾ, ਤੁਹਾਡੇ ਸਿਲੇਬਸ ਦੀ ਕਿਤਾਬ ਆਧੁਨਿਕ ਪੰਜਾਬੀ ਕਵਿਤਾ ਕਾਵ ਸੰਗ੍ਰਹਿ, ਉਹਦੇ ਵਿੱਚ ਦਰਜ 13ਵਾਂ ਕਵੀ ਹੈ ਜਗਤਾਰ। ਜਗਤਾਰ ਜਿਸ ਨੂੰ ਡਾਕਟਰ ਜਗਤਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਹੁਤ ਹੀ ਉਮਦਾ ਸ਼ਾਇਰ ਹੈ ਪੰਜਾਬੀ ਦਾ। ਬਹੁਤ ਖੂਬਸੂਰਤ ਗਜ਼ਲਕਾਰੀ, ਬਹੁਤ ਖੂਬਸੂਰਤ ਕਾਵ ਰਚਨਾਵਾਂ ਡਾਕਟਰ ਜਗਤਾਰ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ। ਡਾਕਟਰ ਜਗਤਾਰ 6 ਜੂਨ 1935 ਨੂੰ ਪਿੰਡ ਰਾਜਗੁਮਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਜਵਾਹਰ ਸਿੰਘ ਦੇ ਘਰ ਪੈਦਾ ਹੁੰਦਾ ਹੈ ਤੇ ਉਹਨਾਂ ਦੀ ਇੱਕ ਵਿਧਵਾ ਤਾਈ ਸ਼੍ਰੀਮਤੀ ਲక్ష్ਮੀ ਦੇਵੀ ਉਹਨੂੰ ਆਪਣਾ ਮਤਬੰਨਾ ਪੁੱਤਰ ਜਿਹੜਾ ਬਣਾ ਲੈਂਦੀ ਹੈ। ਡਾਕਟਰ ਜਗਤਾਰ ਪੰਜਾਬੀ ਦਾ ਇੱਕ ਸਿਰਕੱਢ ਕਵੀ ਸੀ। 1951 ਦੇ ਵਿੱਚ ਉਹ ਸਾਹਿਤਕ ਖੇਤਰ ਦੇ ਵਿੱਚ ਸ਼ਾਮਲ ਹੋਇਆ। ਪਹਿਲਾਂ ਉਹਨੇ ਉਰਦੂ ਕਵਿਤਾਵਾਂ ਤੇ ਕੁਝ ਕਹਾਣੀਆਂ ਲਿਖੀਆਂ ਤੇ 1953 ਦੇ ਵਿੱਚ ਉਸਦੀ ਪਹਿਲੀ ਰਚਨਾ ਜਿਹੜੀ ਹੈ ਲੋਕ ਸਾਹਿਤ ਨਾਂ ਦੇ ਮੈਗਜ਼ੀਨ ਦੇ ਵਿੱਚ ਛਪੀ। ਜਗਤਾਰ ਉਰਦੂ ਤੋਂ ਬਿਨਾਂ ਹਿੰਦੀ, ਫਾਰਸੀ, ਅੰਗਰੇਜ਼ੀ ਤੇ ਸਿੰਧੀ ਭਾਸ਼ਾ ਦਾ ਵੀ ਮਾਹਰ ਕਵੀ ਸੀ। ਲੰਬਾ ਸਮਾਂ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਪ੍ਰੋਫੈਸਰ ਲੱਗਾ ਰਿਹਾ। ਉਸਨੇ ਪੰਜਾਬੀ, ਉਰਦੂ, ਫਾਰਸੀ ਦੇ ਵਿੱਚ MA ਕੀਤੀ ਹੋਈ ਸੀ ਤੇ ਪੰਜਾਬੀ ਵਿੱਚ PhD ਦੀ ਡਿਗਰੀ ਹਾਸਲ ਕੀਤੀ ਹੋਈ ਸੀ। ਉਹਦੀ ਜਿਹੜੀ PhD ਸੀ ਉਹ ਪਾਕਿਸਤਾਨੀ ਪੰਜਾਬੀ ਕਵਿਤਾ ਬਾਰੇ ਸੀ ਤੇ ਇਹ PhD ਕਰਨ ਤੋਂ ਪਹਿਲਾਂ ਉਹਨੇ ਦੋਹਾਂ ਪੰਜਾਬਾਂ ਦੇ ਸਾਹਿਤ ਦੇ ਆਦਾਨ ਪ੍ਰਦਾਨ ਵਿੱਚ ਸ਼ਲਾਘਾਯੋਗ ਕੰਮ ਜਿਹੜਾ ਉਹ ਵੀ ਕੀਤਾ। ਉਹਨੂੰ ਸਾਹਿਤ ਸਮੀਖਿਆ ਬੋਰਡ, ਸਾਹਿਤ ਟਰਸਟ ਢੁੱਡੀਕੇ, ਪੰਜਾਬੀ ਸਾਹਿਤ ਅਕਾਦਮੀ ਦੇ ਇਨਾਮ ਮਿਲੇ ਤੇ ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਕਵੀ ਤੇ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਜਿਹੜਾ ਹੈ ਉਹਨਾਂ ਦੇ ਕਾਵ ਸੰਗ੍ਰਹਿ ਜੁਗਨੂ, ਦੀਵਾ ਤੇ ਦਰਿਆ ਲਈ ਪ੍ਰਾਪਤ ਹੋਇਆ। ਤਾਂ ਤੁਹਾਨੂੰ ਇਹ ਸਵਾਲ ਆ ਸਕਦਾ ਹੈ ਕਿ ਡਾਕਟਰ ਜਗਤਾਰ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਕਿਸ ਕਾਵ ਸੰਗ੍ਰਹਿ ਬਦਲੇ ਮਿਲਿਆ? ਤਾਂ ਤੁਸੀਂ ਲਿਖ ਸਕਦੇ ਹੋ ਜੁਗਨੂ, ਦੀਵਾ ਤੇ ਦਰਿਆ। ਉਹਨੇ ਅਨੁਵਾਦ ਵੀ ਕੀਤਾ, ਆਲੋਚਨਾ ਵੀ ਕੀਤੀ, ਸੰਪਾਦਨ ਦੇ ਖੇਤਰ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਪੁਰਾਤਨ ਸਿੱਕਿਆਂ, ਮੰਦਰਾਂ ਬਾਰੇ ਵੀ ਖੋਜ ਕੀਤੀ, ਯਾਤਰਾਵਾਂ ਕੀਤੀਆਂ ਤੇ ਫੋਟੋਗ੍ਰਾਫੀ ਦਾ ਸ਼ੌਕ ਵੀ ਉਸਨੇ ਪਾਲਿਆ। ਤੇ ਇਹ ਮਹਾਨ ਸਾਹਿਤਕਾਰ ਜਿਹੜਾ ਹੈ ਉਹ 30 ਮਾਰਚ 2010 ਨੂੰ ਆਪਾਂ ਨੂੰ ਸਦੀਵੀ ਵਿਛੋੜਾ ਦੇ ਜਾਂਦਾ ਹੈ। ਤਾਂ ਜਿੱਥੋਂ ਤੱਕ ਉਸਦੇ ਕਾਵ ਸੰਗ੍ਰਹਿਆਂ ਦੀ ਗੱਲ ਹੈ ਤਾਂ ਉਹ 1957 ਦੇ ਵਿੱਚ ਰੁੱਤਾਂ ਰਾਂਗਲੀਆਂ ਨਾਂ ਦਾ ਕਾਵ ਸੰਗ੍ਰਹਿ ਦਿੰਦਾ ਹੈ। 1960 ਦੇ ਵਿੱਚ ਤਲਖੀਆਂ ਰੰਗੀਨੀਆਂ, ਫਿਰ 1961 ਦੇ ਵਿੱਚ ਦੁੱਧ ਪੱਥਰੀ, 1967 ਦੇ ਵਿੱਚ ਅਧੂਰਾ ਆਦਮੀ, 1973 ਦੇ ਵਿੱਚ ਲਹੂ ਦੇ ਨਕਸ਼ ਤੇ 1976 ਚ ਛਾਂਗਿਆ ਰੁੱਖ, 1980 ਚ ਸ਼ੀਸ਼ੇ ਦਾ ਜੰਗਲ ਤੇ ਜਜ਼ੀਰਿਆਂ ਚ ਘਿਰਿਆ ਸਮੁੰਦਰ 1985 ਦੇ ਵਿੱਚ, ਤੇ 1990 ਚ ਚਾਨੁਕਰੀ ਸ਼ਾਮ, ਤੇ ਫਿਰ 1992 ਚ ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ ਹੈ ਉਹ ਕਾਵ ਸੰਗ੍ਰਹਿ ਜੁਗਨੂ, ਦੀਵਾ ਤੇ ਦਰਿਆ। 1999 ਦੇ ਵਿੱਚ ਅੱਖਾਂ ਵਾਲੀਆਂ ਪੈੜਾਂ, 2003 ਦੇ ਵਿੱਚ ਪ੍ਰਵੇਸ਼ ਦੁਆਰ ਤੇ 2006 ਦੇ ਵਿੱਚ ਮੋਮ ਦੇ ਲੋਕ ਨਾਂ ਦਾ ਕਾਵ ਸੰਗ੍ਰਹਿ ਜਗਤਾਰ ਪੰਜਾਬੀ ਸਾਹਿਤ ਨੂੰ ਦਿੰਦਾ। ਜਗਤਾਰ ਬੇਸ਼ੱਕ ਉਰਦੂ ਦਾ ਕਵੀ ਸੀ ਪਰ ਉਸਨੇ ਪੰਜਾਬੀ ਵੱਲ ਆ ਕੇ ਉਰਦੂ ਵੱਲੋਂ ਮੂੰਹ ਨਹੀਂ ਮੋੜਿਆ। ਉਹ ਉਰਦੂ 'ਚ ਵੀ ਚੰਗੀ ਕਵਿਤਾ ਲਿਖਦਾ ਸੀ ਤੇ ਪਾਕਿਸਤਾਨ ਦੇ ਵਿੱਚ ਉਹਦੀਆਂ ਚੋਣੀਆਂ ਕਵਿਤਾਵਾਂ ਦਾ ਸੰਗ੍ਰਹਿ ਜਿਹੜਾ ਹੈ ਛਪਿਆ ਜਿਹਦਾ ਨਾਂ ਸੀ ਕਹਿਕਸ਼ਾਂ। ਇਹਨੂੰ ਵੀ ਸਾਹਿਤ ਪ੍ਰੇਮੀਆਂ ਨੇ ਬਹੁਤ ਇਹਦੀ ਪ੍ਰਸ਼ੰਸਾ ਕੀਤੀ, ਇਹਨੂੰ ਬਹੁਤ ਸਲਾਹਿਆ। ਉਹਨੇ ਪਾਕਿਸਤਾਨੀ ਕਿਰਤਾਂ ਨੂੰ ਗੁਰਮੁਖੀ ਵਿੱਚ ਲਿਪਿਅੰਤਰ ਵੀ ਕੀਤਾ। ਜਿਹੜੀਆਂ ਪਾਕਿਸਤਾਨੀ ਕਿਰਤਾਂ ਸੀਗੀਆਂ
ਉਹ ਸ਼ਾਹਮੁਖੀ ਦੇ ਵਿੱਚ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਗੁਰਮੁਖੀ ਦੇ ਵਿੱਚ ਲਿਪੀਅੰਤਰ ਕੀਤਾ, ਗੁਰਮੁਖੀ ਲਿਪੀ ਦੇ ਵਿੱਚ ਉਹਨਾਂ ਨੂੰ ਲਿਖਿਆ। ਉਹਨੇ ਪੰਜਾਬੀ ਤੋਂ ਅੰਗਰੇਜ਼ੀ ਤੇ ਅੰਗਰੇਜ਼ੀ ਤੋਂ ਪੰਜਾਬੀ ਦੇ ਵੀ ਬਹੁਤ ਸਾਰੇ ਅਨੁਵਾਦ ਜਿਹੜੇ ਆ ਕੀਤੇ, ਟਰਾਂਸਲੇਸ਼ਨ ਕੀਤੀ। ਇਸ ਤਰ੍ਹਾਂ ਦਾ ਕਵੀ ਸੀ ਆਪਣਾ ਡਾਕਟਰ ਜਗਤਾਰ। ਡਾਕਟਰ ਜਗਤਾਰ ਨੇ ਆਪਣੀ ਪਛਾਣ ਮੁੱਖ ਤੌਰ ਤੇ ਗਜ਼ਲਕਾਰ ਦੇ ਤੌਰ ਤੇ ਜਿਹੜੀ ਆ ਬਣਾਈ। ਪੰਜਾਬੀ ਗਜ਼ਲ ਦਾ ਵਿਸ਼ਾਲ ਖੇਤਰ ਜਿਹੜਾ ਹੈਗਾ ਇਹਨੂੰ ਹੋਰ ਵਿਸ਼ਾਲ ਕਰਨ ਦੇ ਵਿੱਚ ਜਗਤਾਰ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਇਹਦਾ ਪੰਜਾਬੀ ਗਜ਼ਲ ਦਾ ਮੂੰਹ ਮੁਹਾਂਦਰਾ ਸਵਾਰਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਉਰਦੂ ਸਾਹਿਤ ਦਾ ਅਧਿਐਨ ਉਹਦੀ ਗਜ਼ਲ ਦਾ ਮੁਹਾਂਦਰਾ ਘੜਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੋਇਆ, ਕਿਉਂਕਿ ਜਿਹੜੀ ਗਜ਼ਲ ਹੈ ਉਹ ਸਭ ਤੋਂ ਪਹਿਲਾਂ ਉਰਦੂ ਦੇ ਵਿੱਚ ਲਿਖੀ ਜਾਣ ਲੱਗੀ ਸੀ, ਪੰਜਾਬੀ 'ਚ ਉਸ ਤੋਂ ਬਾਅਦ ਆਈ। ਤੇ ਉਹਦਾ ਡੂੰਘਾ ਅਧਿਐਨ ਤੇ ਵਿਸ਼ਾਲ ਗਿਆਨ ਹੀ ਉਸ ਦੀ ਕਵਿਤਾ ਨੂੰ ਗਹਿਰਾਈ ਬਖਸ਼ਣ ਦੇ ਵਿੱਚ ਮੁੱਖ ਸਰੋਤ ਅਸੀਂ ਕਹਿ ਸਕਦੇ ਹਾਂ। ਗੰਭੀਰ ਵਿਚਾਰ ਤੇ ਬਿੰਬ ਸਿਰਜਣਾ ਦੀ ਵਿਲੱਖਣਤਾ ਵਿੱਚ ਉਹਦੀਆਂ ਕਵਿਤਾਵਾਂ ਦੀ ਜਿਹੜੀ ਹੈ ਉਹ ਵਿਸ਼ੇਸ਼ ਜਿਹੜੀ ਹੈ ਸਿਫਤ ਹੈ। ਸੋ ਇਹ ਕੁਝ ਗੱਲਾਂ ਸੀ ਡਾਕਟਰ ਜਗਤਾਰ ਬਾਰੇ, ਉਹਦੇ ਕਾਵਿ ਸੰਗ੍ਰਹਿਾਂ ਬਾਰੇ। ਹੁਣ ਅਸੀਂ ਉਸ ਦੀ ਜਿਹੜੀ ਗਜ਼ਲ ਹੈ ਕੋਈ ਮਜਬੂਰੀ ਨਹੀਂ, ਉਹਦਾ ਇੱਕ ਅਨੁਮਾਨ ਹੈ, ਕੋਈ ਮਜਬੂਰੀ ਨਹੀਂ। ਕੀ ਲਿਖਦਾ ਹੈ? ਬੜੀ ਖੂਬਸੂਰਤ ਗਜ਼ਲ ਹੈ। ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ, ਕੌਣ ਜਸ਼ਨਾਂ 'ਚ ਕਿਸੇ ਨੂੰ ਚਿੱਤ ਧਰੇ ਚੇਤੇ ਕਰੇ, ਕੌਣ ਜਸ਼ਨਾਂ 'ਚ ਕਿਸੇ ਨੂੰ ਚਿੱਤ ਧਰੇ ਚੇਤੇ ਕਰੇ, ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ। ਸੋ ਇਹ ਡਾਕਟਰ ਜਗਤਾਰ ਦੀ ਗਜ਼ਲ ਕੋਈ ਮਜਬੂਰੀ ਨਹੀਂ, ਉਹਦੇ ਵਿੱਚੋਂ ਸਤਰਾਂ ਨੇ। ਇਹ ਇੱਕ ਮੁਸਲਸਲ ਗਜ਼ਲ ਹੈ, ਯਾਨੀ ਇਸ ਗਜ਼ਲ ਦੇ ਵਿੱਚ ਪ੍ਰੀਤ ਨਾਇਕ ਵੱਖਰੇ ਜੀਵਨ ਨੂੰ ਅਪਣਾ ਚੁੱਕੀ ਆਪਣੀ ਮਹਿਬੂਬਾ ਨੂੰ ਉਲਾਂਭੇ ਦੇਣ ਤੇ ਸ਼ਿਕਵੇ ਕਰਨ ਦੀ ਥਾਂ ਉਸ ਲਈ ਖੁਸ਼ੀਆਂ ਭਰੇ ਭਵਿੱਖ ਦੀ ਜਿਹੜੀ ਹੈ ਉਹ ਕਾਮਨਾ ਕਰਦਾ ਹੈ। ਤੇ ਉਹ ਕਹਿੰਦਾ ਹੈ ਕਿ ਤੈਨੂੰ ਕੋਈ ਮਜਬੂਰੀ ਨਹੀਂ, ਜੇ ਤੇਰਾ ਦਿਲ ਕਰੇ ਤੂੰ ਮੈਨੂੰ ਖਤ ਲਿਖ ਸਕਦੀ ਹੈ, ਜੇ ਤੈਨੂੰ ਰਿਸ਼ਤਿਆਂ ਦੀ ਭੀੜ ਦੇ ਵਿੱਚੋਂ ਫੁਰਸਤ ਮਿਲੇ, ਫੁਰਸਤ ਭਾਵ ਕੋਈ ਖਾਲੀ ਸਮਾਂ ਮਿਲੇ, ਥੋੜੀ ਜਿਹੀ ਵੇਲ ਮਿਲੇ, ਤਾਂ ਤੂੰ ਮੈਨੂੰ ਖਤ ਲਿਖ ਸਕਦੀ ਹੈ। ਫਿਰ ਉਹ ਕਹਿੰਦਾ ਕਿ ਕੌਣ ਜਸ਼ਨਾਂ 'ਚ ਕਿਸੇ ਨੂੰ ਚਿੱਤ ਧਰੇ ਚੇਤੇ ਕਰੇ, ਵੀ ਜਦੋਂ ਜ਼ਿੰਦਗੀ ਜਸ਼ਨ ਨਾਲ ਭਰਪੂਰ ਹੋਵੇ, ਉਹਦੇ 'ਚ ਰੰਗ ਹੀ ਰੰਗ ਹੋਵੇ, ਫਿਰ ਕੌਣ ਕਿਸੇ ਨੂੰ ਚੇਤੇ ਕਰਦਾ ਹੈ। ਤੇ ਜ਼ਿੰਦਗੀ 'ਚ ਜੇ ਕਿਤੇ ਤਲਖੀ ਵੱਧ ਜੇ, ਜੇ ਜ਼ਿੰਦਗੀ 'ਚ ਕਿਤੇ ਕੋਈ ਕੌੜਾਪਣ ਆ ਜੇ, ਤਾਂ ਤੂੰ ਮੈਨੂੰ ਖਤ ਲਿਖ ਸਕਦੀ ਹੈ। ਅੱਗੇ ਕੀ ਲਿਖਦਾ ਹੈ ਬਹਾਰਾਂ ਦਾ ਜੇ ਮੌਸਮ ਤੂੰ ਜਮ ਜਮ ਮਾਣ ਏ, ਹੈ ਬਹਾਰਾਂ ਦਾ ਜੇ ਮੌਸਮ ਤੂੰ ਜਮ ਜਮ ਮਾਣ ਏ, ਤੇਰੇ ਆਂਗਣ 'ਚ ਜਦੋਂ ਕਦੇ ਪੱਤ ਝੜੇ ਤਾਂ ਖਤ ਲਿਖੀ। ਵੀ ਹਾਲੇ ਤਾਂ ਬਹੁਤ ਸਾਰੀਆਂ ਬਹਾਰਾਂ ਨੇ ਤੇਰੀ ਲਾਈਫ ਦੇ ਵਿੱਚ, ਤੇਰੀ ਜ਼ਿੰਦਗੀ ਦੇ ਵਿੱਚ, ਠੀਕ ਹੈ, ਤੂੰ ਜਮ ਜਮ ਇਹਨਾਂ ਨੂੰ ਮਾਣ, ਆਨੰਦ ਲੈ, ਲੇਕਿਨ ਤੇਰੇ ਵਿਹੜੇ ਦੇ ਵਿੱਚ ਕਦੇ ਪੱਤ ਝੜੇ ਤਾਂ ਖਤ ਲਿਖੀ, ਤੇਰੇ ਆਂਗਣ 'ਚ ਜਦੋਂ ਕਦੇ ਪੱਤ ਝੜੇ ਤਾਂ ਖਤ ਲਿਖੀ। ਵੀ ਜੇ ਕਿਤੇ ਤੇਰੇ ਵਿਹੜੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਥਿਤੀ ਆ ਜੇ, ਠੀਕ ਹੈ, ਪਤਝੜ ਵਰਗੀ ਕੋਈ ਤਕਲੀਫ ਹੋਵੇ, ਤਾਂ ਮੈਨੂੰ ਖਤ ਲਿਖ ਸਕਦੀ ਹੈ। ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਰੇਖਾ ਚੋਂ, ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਰੇਖਾ ਚੋਂ, ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ। ਇਹ ਤੇਰੇ ਜਿਹੜੇ ਖੂਬਸੂਰਤ ਹੱਥ ਹੈ ਜਿਨ੍ਹਾਂ ਤੇ ਮਹਿੰਦੀ ਲੱਗੀ ਹੈ, ਇਹਦੇ ਵਿੱਚ ਕਿਤੇ ਮੇਰੀ ਵੀ ਥੋੜੀ ਬਹੁਤੀ ਕੋਈ ਮੁਹੱਬਤ ਦੀ ਰੇਖਾ ਤੈਨੂੰ ਦਿਸ ਜੇ, ਤਾਂ ਤੂੰ ਮੈਨੂੰ ਖਤ ਲਿਖ ਸਕਦੀ ਹੈ। ਇਸ ਢੰਗ ਨਾਲ ਉਹ ਆਪਣੀ ਮਹਿਬੂਬਾ ਨੂੰ ਕਹਿੰਦਾ। ਅੱਗੇ ਕੀ ਲਿਖਦਾ, ਜ਼ਿੰਦਗੀ ਦੇ ਹਰ ਪੜਾਅ ਹਰ ਮੋੜ ਤੇ ਹਰ ਪੈਰ ਤੇ, ਜ਼ਿੰਦਗੀ ਦੇ ਹਰ ਪੜਾਅ ਹਰ ਮੋੜ ਤੇ ਹਰ ਪੈਰ ਤੇ, ਜਦ ਕਦੇ ਉਦਾਸੀ ਵਿੱਚ ਕਦੇ ਵੀ ਦਿਲ ਧੁਖੇ ਤਾਂ ਖਤ ਲਿਖੀ। ਜੇ ਕਦੇ ਤੂੰ ਉਦਾਸ ਹੋਵੇਂ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ, ਕਿਸੇ ਵੀ ਥਾਂ ਤੇ ਤੈਨੂੰ ਲੱਗੇ ਕਿ ਮੇਰਾ ਮਨ ਉਦਾਸ ਹੈ, ਤਾਂ ਤੂੰ ਮੈਨੂੰ ਖਤ ਲਿਖ ਸਕਦੀ ਹੈ। ਮਹਿਫਲਾਂ ਵਿੱਚ ਚਾਰ ਯਾਰੀ ਵਿੱਚ ਕਿਸੇ ਉਤਸਵ ਵਿੱਚ ਵੀ, ਮਹਿਫਲਾਂ ਵਿੱਚ ਚਾਰ ਯਾਰੀ 'ਚ ਕਿਸੇ ਉਤਸਵ ਵਿੱਚ ਵੀ, ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਚਾਰ ਯਾਰੀ,
ਚਾਰ ਯਾਰੀ ਤੋਂ ਕੀ ਭਾਵ ਹੈ? ਹਜ਼ਰਤ ਮੁਹੰਮਦ ਸਾਹਿਬ ਦੇ 4 ਯਾਰ ਸੀ। ਇੱਥੇ ਇਹਦਾ ਭਾਵ ਜਿਹੜਾ ਹੈ ਸੱਜਣਾ ਮਿੱਤਰਾਂ ਤੋਂ ਹੈ। ਜ਼ਿੰਦਗੀ ਦੇ ਹਰ ਪੜਾਅ ਤੇ, ਹਰ ਮੋੜ ਤੇ, ਹਰ ਪੈਰ ਤੇ, ਜਦ ਕਦੇ ਉਦਾਸੀ ਚ ਕਦੇ ਵੀ ਦਿਲ ਧੁਖੇ ਤਾਂ ਖਤ ਲਿਖੀ। ਮਹਿਫਲਾਂ ਵਿੱਚ, 4 ਯਾਰੀ ਵਿੱਚ, ਕਿਸੇ ਉਤਸਵ ਵਿੱਚ ਵੀ, ਉਤਸਵ ਭਾਵ ਕਿਤੇ ਮੇਲ ਮੌਜ ਮੇਲਾ ਮਸਤੀ ਦਾ ਮੌਸਮ ਹੋਵੇ, ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਜੇ ਕਦੇ ਮੇਰਾ ਜ਼ਿਕਰ ਆ ਜੇ, ਤੇਰਾ ਮਨ ਕਰੇ ਤਾਂ ਜ਼ਰੂਰ ਮੈਨੂੰ ਖਤ ਲਿਖੀ। ਸ਼ਹਿਰ ਪਰਬਤ ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ। ਸ਼ਹਿਰ ਪਰਬਤ ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ, ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜ਼ਰੇ ਤਾਂ ਖਤ ਲਿਖੀ। ਕਿ ਜਿਹੜੇ ਸ਼ਹਿਰਾਂ ਦੇ ਵਿੱਚ ਦੀ ਆਪਾਂ ਲੰਘੇ, ਜਿਹੜੇ ਪਰਬਤਾਂ ਨੂੰ ਆਪਾਂ ਦੇਖਿਆ, ਜਿਹੜੀਆਂ ਵਾਦੀਆਂ ਨੂੰ ਆਪਾਂ ਦੇਖਿਆ ਜਦੋਂ ਆਪਾਂ ਇਕੱਠੇ ਸੀ, ਜਿਹੜੀਆਂ ਵੈਲੀਜ਼ ਨੂੰ, ਜਿਹੜੇ ਬਾਗਾਂ ਨੂੰ ਅਸੀਂ ਦੇਖਿਆ, ਜਦੋਂ ਹੁਣ ਤੂੰ ਕਿਤੇ ਉੱਥੇ ਦੁਬਾਰਾ ਗੁਜ਼ਰੇ ਤਾਂ ਤੈਨੂੰ ਕਿਹੋ ਜਿਹੇ ਲੱਗਦੇ ਆ, ਮੈਨੂੰ ਖਤ ਰਾਹੀਂ ਜ਼ਰੂਰ ਦੱਸੀ। ਹੈ ਦੁਆ ਮੇਰੀ ਕਿ ਹੋਵੇ, ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਨਸੀਬ ਤੈਨੂੰ। ਹੈ ਦੁਆ ਮੇਰੀ ਕਿ ਹਰ ਖੁਸ਼ੀ, ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਨਸੀਬ ਤੈਨੂੰ। ਸਹਿ ਸੁਭਾਵੀ ਪਰ ਕਦੇ ਜੇ ਅੱਖ ਭਰੇ ਤਾਂ ਖਤ ਲਿਖੀ। ਫਿਰ ਵੀ ਅਚਾਨਕ ਜੇ ਕਿਤੇ ਤੇਰੀ ਜਿਹੜੀ ਹੈ ਸਹਿ ਸੁਭਾਵੀ ਕਦੇ ਅੱਖ ਭਰਿਆ ਆਵੇ ਤਾਂ ਮੈਨੂੰ ਖਤ ਲਿਖ ਸਕਦੀ ਹੈ। ਸੋ ਇਸ ਢੰਗ ਨਾਲ ਉਹ ਆਪਣੀ ਮਹਿਬੂਬਾ ਨੂੰ ਦੁਆਵਾਂ ਦਿੰਦਾ ਹੈ ਔਰ ਉਸ ਨਾਲ ਕਿਸੇ ਨਾ ਕਿਸੇ ਰੂਪ 'ਚ ਜੁੜਿਆ ਰਹਿਣਾ ਚਾਹੁੰਦਾ ਹੈ। ਇਹ ਸੀ ਕੋਈ ਮਜਬੂਰੀ ਨਹੀਂ ਗਜ਼ਲ। ਅੱਗੇ ਉਸਦੀ ਗਜ਼ਲ ਕਵਿਤਾ, ਇੱਕ ਕਵਿਤਾ ਸੋਚਦਾ ਹਾਂ, ਡਾਕਟਰ ਜਗਤਾਰ ਦੀ ਕਵਿਤਾ। ਡਾਕਟਰ ਜਗਤਾਰ ਬਹੁਤ ਹੀ ਖੂਬਸੂਰਤ ਕਵੀ ਹੈ। ਡਾਕਟਰ ਜਗਤਾਰ ਦੀ ਇੱਕ ਗਜ਼ਲ ਤੁਸੀਂ ਜ਼ਰੂਰ ਪੜ੍ਹੀ ਸੁਣੀ ਹੋਵੇਗੀ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ। ਪੱਥਰ ਤੇ ਲੀਕ ਹਾਂ ਮੈਂ, ਪੱਥਰ ਤੇ ਲੀਕ ਹਾਂ ਮੈਂ, ਮਿੱਟੀ ਤੇ ਤਾਂ ਨਹੀਂ ਹਾਂ, ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੁੰਘੇਰਾ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ। ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖਣ ਵਾਲਾ ਸ਼ਾਇਰ ਹੈ ਡਾਕਟਰ ਜਗਤਾਰ। ਹੁਣ ਅਸੀਂ ਉਸਦੀ ਦੂਜੀ ਕਾਵ ਰਚਨਾ ਜਿਹੜੀ ਹੈ ਸੋਚਦਾ ਹਾਂ, ਉਹਨੂੰ ਪੜ੍ਹਦੇ ਔਰ ਮਾਣਦੇ ਹਾਂ। ਸੋਚਦਾ ਹਾਂ ਮਹਿਕ ਦੀ ਲਿਪੀ 'ਚ ਤੇਰਾ ਨਾਂ ਲਿਖਾਂ। ਸੋਚਦਾ ਹਾਂ ਮਹਿਕ ਦੀ ਲਿਪੀ 'ਚ ਤੇਰਾ ਨਾਂ ਲਿਖਾਂ, ਪਰ ਕਿਤੇ ਮਹਿਫੂਜ਼ ਕੋਈ ਥਾਂ ਮਿਲੇ ਤਾਂ ਲਿਖਾਂ। ਸੋਚਦਾ ਹਾਂ ਮਹਿਕ ਦੀ ਲਿਪੀ 'ਚ ਤੇਰਾ ਨਾਂ ਲਿਖਾਂ। ਕਿਹੜੀ ਲਿਪੀ 'ਚ? ਗੁਰਮੁਖੀ 'ਚ ਜਾਂ ਦੇਵਨਾਗਰੀ 'ਚ ਜਾਂ ਸ਼ਾਹਮੁਖੀ 'ਚ ਨਹੀਂ, ਮਹਿਕ ਦੀ ਲਿਪੀ। ਸੋਚਦਾ ਹਾਂ ਮਹਿਕ ਦੀ ਲਿਪੀ 'ਚ ਤੇਰਾ ਨਾਂ ਲਿਖਾਂ, ਪਰ ਕਿਤੇ ਮਹਿਫੂਜ਼ ਕੋਈ ਥਾਂ ਮਿਲੇ ਤਾਂ ਲਿਖਾਂ। ਮਹਿਫੂਜ਼, ਸੁਰੱਖਿਅਤ, ਕਿਤੇ ਕੋਈ ਸੁਰੱਖਿਅਤ ਜਿਹੀ ਥਾਂ ਹੋਵੇ ਜਿੱਥੇ ਮੈਂ ਕਰ ਸਕਾਂ। ਨਾਮ ਤੇਰਾ ਮੈਂ ਲਿਖਾਂ ਆਗਾਜ਼ ਵਿੱਚ ਮਹਿੰਦੀ ਦੇ ਨਾਲ। ਆਗਾਜ਼, ਸ਼ੁਰੂ ਦੇ ਵਿੱਚ ਤੇਰਾ ਨਾਂ ਜਿਹੜਾ ਮੈਂ ਮਹਿੰਦੀ ਦੇ ਨਾਲ ਲਿਖਾਂ। ਅੰਤ ਬਸ ਖਤ ਵਿੱਚ ਲਹੂ ਦੇ ਨਾਲ ਤੇਰਾ ਹਾਂ ਲਿਖਾਂ, ਪਰ ਅੰਤ ਜਿਹੜਾ ਹੈ ਉਹ ਮੇਰੇ ਲਹੂ ਦੇ ਨਾਲ ਤੇਰਾ ਹਾਂ ਲਿਖਿਆ ਹੋਵੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮੁਸਲਸਲ ਗਜ਼ਲ ਅਸੀਂ ਕਹਿ ਸਕਦੇ ਹਾਂ। ਆਧੁਨਿਕ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਦੇ ਵਿੱਚ ਡਾਕਟਰ ਜਗਤਾਰ ਦੀ। ਇਸ ਕਵੀ ਆਪਣੇ ਮਹਿਬੂਬ ਦੀ ਯਾਦ ਨਾਲ ਹਮੇਸ਼ਾ ਜੁੜੇ ਰਹਿਣ ਦੀ ਇੱਛਾ ਰੱਖਦਾ ਹੈ। ਉਹ ਆਪਣੇ ਮਹਿਬੂਬ ਦਾ ਨਾਮ ਮਹਿਕ ਦੀ ਲਿਪੀ 'ਚ ਲਿਖਣਾ ਚਾਹੁੰਦਾ ਹੈ ਤੇ ਆਪਣੇ ਮਨ ਦੇ ਸਾਰੇ ਦਰਦ, ਸਾਰੀ ਪੀੜ, ਉਦਾਸੀ, ਜਿੰਨੇ ਵੀ ਸਦਮੇ ਹੈ ਉਹ ਉਸ ਨਾਲ ਸਾਂਝੇ ਕਰਨੇ ਚਾਹੁੰਦਾ। ਉਹ ਕਹਿੰਦਾ ਹੈ ਕਿ ਉਹ ਸੋਚਦਾ ਹੈ ਕਿ ਉਸ ਦਾ ਨਾਮ ਮਹਿਕ ਦੀ ਲਿਪੀ 'ਚ ਲਿਖੇ, ਪਰ ਇਸ ਲਈ ਉਸਨੂੰ ਕੋਈ ਸੁਰੱਖਿਅਤ ਥਾਂ ਚਾਹੀਦੀ ਹੈ, ਤਾਂ ਹੀ ਉਹ ਲਿਖ ਸਕਦਾ ਹੈ। ਉਹ ਉਸ ਦਾ ਨਾਂ ਲਿਖਣ ਦਾ ਆਰੰਭ ਮਹਿੰਦੀ ਤੋਂ ਕਰਨਾ ਚਾਹੁੰਦਾ ਤੇ ਅੰਤ ਲਹੂ ਨਾਲ ਕਰਨਾ ਚਾਹੁੰਦਾ ਹੈ। ਅੱਗੇ ਕੀ ਲਿਖਦਾ ਹੈ? ਫਿਰ ਸੋਚਾਂ ਲਿਖਣ ਤੋਂ ਪਹਿਲੋਂ ਹੀ ਜੋ ਗਿੱਲਾ ਹੋ ਗਿਆ। ਫਿਰ ਸੋਚਾਂ ਲਿਖਣ ਤੋਂ ਪਹਿਲੋਂ ਹੀ ਜੋ ਗਿੱਲਾ ਹੋ ਗਿਆ, ਭੇਜ ਦੇਵਾਂ ਵਰਕ ਖਾਲੀ, ਹੋਰ ਕੁਝ ਵੀ ਨਾ ਲਿਖਾਂ। ਇਹ ਵੀ ਸੋਚਾਂ ਉਸਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ। ਇਹ ਵੀ ਸੋਚਾਂ ਕਿ ਉਸਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ। ਕਿਸ ਤਰ੍ਹਾਂ ਫਜ਼ਰਾਂ ਲੰਘਣ
किस तरह शामां लिखां। ਤਾਂ ਕਵੀ ਕਹਿੰਦਾ ਹੈ ਕਿ ਉਹ ਸੋਚਦਾ ਹੈ ਕਿ ਜੇਕਰ ਉਸਨੂੰ ਲਿਖਣ ਤੋਂ ਪਹਿਲਾਂ ਹੀ ਖੱਤ ਉੱਤੇ ਅਥਰੂਆਂ ਨਾਲ ਗਿੱਲਾ ਹੋ ਗਿਆ, ਵੀ ਜੇ ਮੈਂ ਖੱਤ ਲਿਖਣ ਲੱਗਾ ਤੇ ਕਾਗਜ਼ ਲਿਖਦਿਆਂ ਲਿਖਦਿਆਂ ਹੰਝੂਆਂ ਨਾਲ ਗਿੱਲਾ ਹੋ ਗਿਆ, ਤਾਂ ਠੀਕ ਇਹੀ ਹੈ ਕਿ ਖੱਤ ਉੱਤੇ ਕੁਝ ਲਿਖਣ ਦੀ ਥਾਂ ਸਿਰਫ ਖਾਲੀ ਵਰਕਾ ਹੀ ਭੇਜ ਦਿੱਤਾ ਜਾਵੇ। ਤੇ ਫਿਰ ਉਹ ਇਹ ਵੀ ਸੋਚਦਾ ਹੈ ਕਿ ਖੱਤ 'ਚ ਉਹਨੂੰ ਜ਼ਿੰਦਗੀ ਦੇ ਹਰ ਪਲ ਦਾ ਹਾਲ ਲਿਖੇ, ਉਹਦੀ ਜ਼ਿੰਦਗੀ ਕਿਵੇਂ ਲੰਘ ਰਹੀ ਉਹਨੂੰ ਦੱਸੇ, ਤੇ ਉਹਦੀਆਂ ਸਵੇਰਾਂ ਕਿਸ ਤਰ੍ਹਾਂ ਗੁਜ਼ਰ ਰਹੀਆਂ ਤੇ ਉਹਦੀਆਂ ਸ਼ਾਮਾਂ ਕਿਵੇਂ ਗੁਜ਼ਰ ਰਹੀਆਂ, ਇਹ ਵੀ ਉਹਦੇ ਕੋਲੇ ਬਿਆਨ ਕਰੇ। ਫਜ਼ਰਾਂ ਕੀ ਹੁੰਦੀਆਂ? ਸਵੇਰਾਂ। ਫਿਰ ਸੋਚਾਂ ਪੜ੍ਹ ਕੇ ਖੱਤ ਐਵੇਂ ਨਾ ਹੋ ਜਾਵੇ ਉਦਾਸ, ਫਿਰ ਸੋਚਾਂ ਪੜ੍ਹ ਕੇ ਖੱਤ ਐਵੇਂ ਨਾ ਹੋ ਜਾਵੇ ਉਦਾਸ, ਇਸ ਲਈ ਉਸਨੂੰ ਨਾ ਕੋਈ ਹਾਦਸਾ ਸਦਮਾ ਲਿਖਾਂ, ਵੀ ਜੇ ਕੋਈ ਮਾੜੀ ਗੱਲ ਵਾਪਰੀ ਹੈ ਜਾਂ ਕੋਈ ਮੈਨੂੰ ਸਦਮਾ ਲੱਗਿਆ ਮੈਂ ਨਾ ਇਹ ਲਿਖਾਂ। ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇੱਕ ਹਰਫ ਵੀ, ਇਸੇ ਕਰਕੇ ਮੈਂ ਅਜੇ ਤੱਕ ਕੁਝ ਲਿਖ ਨਹੀਂ ਸਕਿਆ। ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇੱਕ ਹਰਫ ਵੀ, ਸੋਚਦਾ ਹਾਂ ਉਸਨੂੰ ਆਖਰ ਕੀ ਲਿਖਾਂ ਕੀ ਨਾ ਲਿਖਾਂ। ਫਿਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ, ਉਹਦੀ ਪ੍ਰੇਮਿਕਾ ਉਹ ਤੋਂ ਵਿਛੜ ਚੁੱਕੀ ਹੋ ਸਕਦੀ ਹੈ। ਫਿਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ, ਜੇ ਲਿਖਾਂ ਤਾਂ ਕਿਹੜੇ ਨਾਤੇ ਖਤ ਮੈਂ ਉਸਦੇ ਨਾਂ ਲਿਖਾਂ, ਜੇ ਲਿਖਾਂ ਤਾਂ ਕਿਹੜੇ ਨਾਤੇ ਖਤ ਮੈਂ ਉਸਦੇ ਨਾਂ ਲਿਖਾਂ, ਵੀ ਜਦੋਂ ਕੋਈ ਮੇਰਾ ਰਿਸ਼ਤਾ ਹੀ ਨਹੀਂ ਰਹਿ ਗਿਆ ਤਾਂ ਮੈਂ ਕਿਸ ਰਿਸ਼ਤੇ ਉਹਨੂੰ ਇਹ ਖਤ ਜਿਹੜਾ ਲਿਖ ਸਕਦਾ। ਇਹ ਸੀ ਕਾਵ ਰਚਨਾ ਸੋਚਦਾ ਹਾਂ। ਤਾਂ ਕਵੀ ਸਿਰਫ ਸੋਚਦਾ ਹੈ, ਕਰਦਾ ਨਹੀਂ। ਇਹ ਸੀ ਡਾਕਟਰ ਜਗਤਾਰ ਦੀਆਂ ਉਹਦੇ ਕਾਵ ਸੰਗ੍ਰਹਿਾਂ ਬਾਰੇ ਕੁਝ ਗੱਲਾਂ, ਉਹਦੀ ਕਾਵ ਰਚਨਾ ਬਾਰੇ ਕੁਝ ਗੱਲਾਂ, ਤੇ ਉਸਦੇ ਦੋ ਰਚਨਾਵਾਂ ਬਾਰੇ ਕੁਝ ਗੱਲਾਂ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਦੋਨੋਂ ਰਚਨਾਵਾਂ, ਦੋਨੋਂ ਗਜ਼ਲਾਂ ਬਹੁਤ ਅੱਛੀਆਂ ਲੱਗੀਆਂ ਹੋਣਗੀਆਂ ਔਰ ਤੁਸੀਂ ਇਹਨਾਂ ਨੂੰ ਮਾਣਿਆ ਹੋਊਗਾ। ਲੇਕਿਨ ਸਿਰਫ ਮਾਨਣ ਤੱਕ ਹੀ ਤੁਸੀਂ ਸੀਮਿਤ ਨਹੀਂ ਰਹਿਣਾ, ਤੁਸੀਂ ਇਹਨਾਂ ਗਜ਼ਲਾਂ ਦੇ ਉੱਪਰ ਇਮਤਿਹਾਨ ਦੇ ਪੱਖ ਤੋਂ ਵੀ ਤਿਆਰੀ ਕਰਨੀ ਹੈ। ਸੋ ਮਿਲਦਾ ਤੁਹਾਨੂੰ ਫੇਰ ਕਿਸੇ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।